ਸਿਆਣਿਆਂ ਦੇ ਕਹੇ ਮੁਤਾਬਕ ਕਿ ਦੁੱਖ ਸੁੱਖ ਜ਼ਿੰਦਗੀ ਦਾ ਪਹਿਰਾਵਾ ਨੇ। ਹਰ ਇੱਕ ਸ਼ਖਸ ਦੀ ਜ਼ਿੰਦਗੀ ਦੇ ਵਿੱਚ ਸਮਾਂ ਆਉਂਦਾ ਹੈ। ਅਸਲ 'ਚ ਸਾਡਾ ਜਿਹੜਾ ਮੋਟੋ ਵੀ ਆ ਉਹ ਵੀ ਹੈ ਬੱਚੇ ਦੀ ਸੇਵਾ ਭਗਵਾਨ ਦੀ ਸੇਵਾ, ਬੱਚੇ ਦੀ ਸੇਵਾ ਰੱਬ ਦੀ ਸੇਵਾ। ਅਸੀਂ ਇਸ ਚੀਜ਼ 'ਚ ਵਿਸ਼ਵਾਸ ਕਰਦੇ ਹਾਂ ਵੀ ਬੱਚੇ ਰੱਬ ਦਾ ਰੂਪ ਨੇ। ਇਹਨਾਂ ਦੀ ਕੋਈ ਜਾਤ ਨਹੀਂ, ਕੋਈ ਧਰਮ ਨਹੀਂ, ਇਹ ਤਾਂ ਇੱਕ ਉਸ ਅਕਾਲ ਪੁਰਖ ਵੱਲੋਂ ਭੇਜੀ ਹੋਈ ਇੱਕ ਰੂਹ ਨੇ। ਇਹ ਜਿਹੜੀ ਸੰਸਥਾ ਸੀ SGB ਇੰਟਰਨੈਸ਼ਨਲ ਫਾਊਂਡੇਸ਼ਨ, ਇਹ 2003 ਦੇ ਵਿੱਚ ਹੋਂਦ ਵਿੱਚ ਆਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਇਹਨਾਂ ਬੱਚਿਆਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ। ਸਾਨੂੰ ਇਹ ਹੁੰਦਾ ਵੀ ਇੱਕ ਬੱਚੇ ਨੂੰ ਬਚਾ ਲਿਆ ਤਾਂ ਬਹੁਤ ਵੱਡਾ ਪੁੰਨ ਹੈ। ਜਿਹੜੇ ਹਾਲਾਤ ਸਾਨੂੰ ਮਿਲਦੇ ਨੇ ਜਦੋਂ ਅਸੀਂ ਉਹਨਾਂ ਦੇ ਵੱਲ ਝਾਤੀ ਮਾਰਦੇ ਹਾਂ ਤਾਂ ਬੜੇ ਮਾੜੇ ਹਾਲਾਤ ਹੁੰਦੇ ਨੇ, ਪਰ ਇੱਥੇ ਆ ਕੇ ਸਾਨੂੰ ਇੱਕ ਸਕੂਨ ਮਿਲਦਾ ਵੀ ਜਿਹੜੀ ਇਹ ਸਾਰੀ ਟੀਮ ਹੈ SGB ਇੰਟਰਨੈਸ਼ਨਲ ਫਾਊਂਡੇਸ਼ਨ ਦੀ ਸਾਰੀ ਟੀਮ ਹੈ, ਇਹ ਬਸ ਬਚਾ ਕੇ ਇੱਕ ਸਕੂਨ ਮਿਲਦਾ ਆਪਣੇ ਆਪ ਨੂੰ। ਸਰ, ਬੱਚੇ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਕਿਸ ਤਰ੍ਹਾਂ ਪਹੁੰਚਦੇ ਨੇ? ਮਾਂ-ਬਾਪ ਛੱਡ ਜਾਂਦੇ ਨੇ ਜਾਂ ਅਣਪਛਾਤੇ ਤੌਰ ਤੇ ਉਹਨਾਂ ਨੂੰ ਇੱਥੇ ਭੇਜਿਆ ਜਾਂਦਾ? ਕਿਸ ਤਰ੍ਹਾਂ ਤੁਹਾਨੂੰ ਮਿਲਦੇ ਨੇ ਔਰ ਕਿਸ ਤਰ੍ਹਾਂ ਤੁਸੀਂ ਉਹਨਾਂ ਦੀ ਸੇਵਾ ਕਰਦੇ ਹੋ? ਅਸਲ 'ਚ ਮੋਸਟਲੀ ਬੱਚੇ ਸਾਡੇ ਕੋਲ ਅਨਾਥ ਬੱਚੇ ਜਿਹੜੇ ਛੱਡੇ ਵੀ ਹੁੰਦੇ ਨੇ ਉਹ ਆਉਂਦੇ ਨੇ, ਜਿਨ੍ਹਾਂ ਨੂੰ ਲੋਕ ਸੁੱਟ ਦਿੰਦੇ ਨੇ ਅਣਚਾਹੀ ਔਲਾਦ ਸਮਝ ਕੇ ਜਾਂ ਕਿਸੇ ਵੀ ਕਾਰਨ ਕਰਕੇ, ਖਾਸ ਕਰਕੇ ਬੇਟੀਆਂ ਕਰਕੇ ਵੀ ਕਈ ਵਾਰ ਅਸੀਂ ਸੋਚਦੇ ਹਾਂ ਸਾਡੇ ਕੋਲ ਬਹੁਤ ਬੇਟੀਆਂ ਆ ਜਾਂਦੀਆਂ ਨੇ ਤੇ ਉਹ ਬੱਚੇ ਸਾਡੇ ਕੋਲ ਆਉਂਦੇ ਨੇ ਜਿਹੜੇ ਔਰਫਨ ਅਨਾਥ ਹੋ ਜਾਂਦੇ ਨੇ। ਉਹਨਾਂ ਨੂੰ ਲੋਕ ਨਹਿਰਾਂ ਦੇ ਕੰਢਿਆਂ ਤੇ, ਰੂੜੀਆਂ ਤੇ, ਕਈ ਵਾਰ ਅਸੀਂ ਦੇਖਿਆ ਸ਼ਹਿਰਾਂ ਦੇ ਵਿੱਚੋਂ ਜਦੋਂ ਕੂੜਾ ਪਾਉਣ ਜਾਂਦੇ ਨਾ, ਉੱਥੇ ਜਦੋਂ ਕੋਈ ਕੂੜਾ ਪਾਉਣ ਗਿਆ ਜਾਂ ਉਹ ਡਰਮ ਦੇ ਵਿੱਚ ਜਾਂ ਉਹ ਜਿਹੜੇ ਟੈਂਕ ਜਿਹੇ ਬਣੇ ਪਿਆ ਉਹਨਾਂ ਦੇ ਵਿੱਚੋਂ ਸਾਨੂੰ ਬੱਚੇ ਮਿਲਦੇ ਨੇ। ਉੱਥੇ ਕਿਸੇ ਵੀ ਨਾ ਕਿਸੇ ਜਰੀਏ ਪ੍ਰਸ਼ਾਸਨ ਨੂੰ ਪਤਾ ਲੱਗ ਜਾਂਦਾ, ਪੁਲਿਸ ਨੂੰ ਪਤਾ ਲੱਗਦਾ ਜਾਂ ਸੰਬੰਧਿਤ ਪ੍ਰਸ਼ਾਸਨ ਨੂੰ ਪਤਾ ਲੱਗਦਾ, ਫਿਰ ਸਾਡੇ ਕੋਲ ਜਿਹੜੀਆਂ ਚਾਈਲਡ ਵੈਲਫੇਅਰ ਕਮੇਟੀਆਂ ਬਣੀਆਂ ਹੋਈਆਂ ਹੁੰਦੀਆਂ ਨੇ, ਸਟੇਟ ਗਵਰਨਮੈਂਟ ਵੱਲੋਂ ਨੋਟੀਫਾਈਡ ਕਮੇਟੀਆਂ ਨੇ ਹਰੇਕ ਡਿਸਟ੍ਰਿਕਟ ਦੇ ਵਿੱਚ, ਜਿਹਦੇ ਕੋਲ ਸੈਸ਼ਨ ਕੋਰਟ ਦੀਆਂ ਪਾਵਰਾਂ ਹੁੰਦੀਆਂ ਨੇ, ਉਹ ਫਿਰ ਇਹ ਬੱਚਿਆਂ ਨੂੰ ਸਾਡੇ ਕੋਲ ਭੇਜਦੇ। ਇੱਦਾਂ ਜਿਹੜੇ ਬਾਹਰ ਕਿਤੇ ਕਿਤੇ ਬੱਚੇ ਛੱਡ ਦਿੱਤੇ ਜਾਂਦੇ ਨੇ ਜਾਂ ਕਿਸੇ ਕਾਰਨ ਕਰਕੇ ਪਰਿਵਾਰਾਂ ਵੱਲੋਂ ਵੀ ਗਵਰਨਮੈਂਟ ਦਾ ਇੱਕ ਜਿਹੜਾ ਕਾਨੂੰਨ ਹੈ ਜੁਵੇਨਾਈਲ ਜਸਟਿਸ ਜਿਹੜਾ ਐਕਟ ਹੈ, ਉਹ ਕਹਿੰਦਾ ਵੀ ਜੇ ਮੈਂ ਆਪਣੇ ਬੱਚੇ ਨੂੰ ਨਹੀਂ ਰੱਖਣਾ ਚਾਹੁੰਦਾ ਤਾਂ ਮੇਰੇ ਕੋਲ ਕੋਈ ਹੱਕ ਨਹੀਂ, ਮੈਂ ਉਹਨੂੰ ਸੁੱਟਦਾ ਕਿਤੇ, ਮਾਰਦਾ, ਉਹ ਇੱਕ ਕ੍ਰਾਈਮ ਹੈ ਤੇ ਉਹ ਗਵਰਨਮੈਂਟ ਨੂੰ ਦੱਸ ਕੇ ਸਾਨੂੰ ਦੇ ਵੀ ਸਕਦੇ ਨੇ। कोई तन दुखी, कोई मन दुखी, कोई धन के लिए उदास, थोड़े थोड़े वो सुखी जो हैं राम के दास। सत श्री अकाल, तुसीं वेख रहे हो लुधियाना टाइम्स ते मैं हाँ अमन सिंह। अक्सर एक गल कही जाती है कि दुख सुख जिंदगी का पहरावा ने। इंसान की जिंदगी दे विच जे दुख आउंदे ने, दुख तो बाद सुख आना लाजमी है, और जे सुख आया तो सुख तो बाद जिहड़ा दुख आना भी लाजमी है, क्योंकि बदलना प्रकृति का नियम है और असी इस प्रकृति दे विच रहने आ ते सानू भी उसके लिहाज दे नाल बदलना बहुत ज़रूरी है। पर एक वर्ग साडे समाज दे विच इदां दा है जिन्हां दे लेखे शायद परमात्मा ने सिर्फ और सिर्फ दुख लिखे ने, सो उन्हां दे दुख नूं भी सुख दे विच बदल रहे ने। जिहड़े लोग उन्हां दे नाल अज राबता कायम करन दी कोशिश कीती गई है साडे वल्लों। असी मौजूद हाँ SGB बाल घर दे विच, जिन्हां दा मुख मंतव है बच्चियां दी सेवा रब दी सेवा, क्योंकि अक्सर कहा जाता कि 3 पड़ाव ने जिंदगी दे, बचपन, जवानी ते बुढ़ापा। बचपन बड़ा नटखट ते मासूम हुंदा है, सो कहते हैं कि परमात्मा अपने कानून बच्चों ते कदे लागू नहीं करता, क्योंकि परमात्मा आप इन्हां बच्चों दे विच वसदा है। सो असीं पहुंचे हाँ SGB बाल घर दे विच, जिथे छोटे छोटे प्यारे प्यारे बच्चे ने और जिन्हां दे पालन पोषण का जिम्मा इस संस्था वालों चुक्या गया। सो तुसीं वेख सकते हो कि किन्ने प्यारे बच्चे ने। बेशक रब इन्हां दे विच वसदा है, सो रब आप इन्हां बच्चों दे विच हाज़र नाज़र है, क्योंकि वो अपने कानून इन्हां बच्चों दे विच लागू नहीं करता। सो तुसीं वेख सकते हो कि किन्ने प्यारे ये बच्चे ने जिन्हां नूं बराबर हक है परमात्मा वालों इख्तियार दिते गए ने इस समाज दे विच विचरन दे लई। पर सियाणिਆਂ ਦੇ ਕਹੇ ਮੁਤਾਬਕ ਕਿ ਦੁੱਖ ਸੁੱਖ ਜ਼ਿੰਦਗੀ ਦਾ ਪਹਿਰਾਵਾ ਨੇ। ਹਰ ਇੱਕ ਸ਼ਖਸ ਦੀ ਜ਼ਿੰਦਗੀ ਦੇ ਵਿੱਚ ਸਮਾਂ ਆਉਂਦਾ ਹੈ। ਸੋ ਤੁਸੀਂ ਵੇਖ ਸਕਦੇ ਹੋ ਇਹਨਾਂ ਬੱਚਿਆਂ ਵੱਲ ਕਿ ਇੱਕ ਗੱਲ ਕਹੀ ਜਾਂਦੀ ਹੈ ਕਿ ਜਿਹਦਾ ਕੋਈ ਨਹੀਂ ਉਹਦਾ ਖੁਦਾ। ਇਹ ਮੈਂ ਨਹੀਂ ਕਹਿੰਦਾ, ਇਹ ਕਿਤਾਬਾਂ ਨੇ ਗਵਾਹ। ਸੋ ਇਹਨਾਂ ਬੱਚਿਆਂ ਦੇ ਲਈ ਜੇਕਰ ਪਰਮਾਤਮਾ ਆਪ ਇੱਥੇ ਵਸਦਾ ਹੈ, ਸੋ ਇਸ ਸੰਸਥਾ ਨੂੰ ਚਲਾਉਣ ਵਾਲੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਪੁੱਛਾਂਗੇ ਕਿ ਕਿਸ ਤਰ੍ਹਾਂ ਇਹ ਬੱਚੇ ਇਹਨਾਂ ਦੇ ਕੋਲ ਆਉਂਦੇ ਨੇ ਔਰ ਕਿੱਦਾਂ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ। ਸਾਡੇ ਨਾਲ ਮੌਜੂਦ ਨੇ ਕੁਲਦੀਪ ਮਾਨ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਅੱਜ ਜਾਣਨਾ ਚਾਹਾਂਗੇ ਜਿਹੜਾ ਇਹ ਬੱਚਾ SGB ਬਾਲ ਘਰ ਹੈ, ਬੱਚਿਆਂ ਦੀ ਸੇਵਾ ਇੱਥੇ ਕੀਤੀ ਜਾਂਦੀ ਹੈ, ਇਹਨਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ, ਉਸ ਬਾਰੇ ਥੋੜ੍ਹੀ ਜਿਹੀ ਦਰਸ਼ਕਾਂ ਨੂੰ ਦੱਸੋ, ਜਾਣਕਾਰੀ ਦਿਓ ਕਿ ਐਕਚੁਅਲ ਦੇ ਵਿੱਚ ਕੀ ਮੰਤਵ ਹੈ ਇਸ ਸੰਸਥਾ ਦਾ।
ਜੀ ਅਸਲ 'ਚ ਸਾਡਾ ਜਿਹੜਾ ਮੋਟੋ ਵੀ ਆ ਉਹ ਵੀ ਹੈ ਬੱਚੇ ਦੀ ਸੇਵਾ ਭਗਵਾਨ ਦੀ ਸੇਵਾ, ਬੱਚੇ ਦੀ ਸੇਵਾ ਰੱਬ ਦੀ ਸੇਵਾ। ਅਸਲ 'ਚ ਅਸੀਂ ਇਸ ਚੀਜ਼ 'ਚ ਵਿਸ਼ਵਾਸ ਕਰਦੇ ਹਾਂ ਵੀ ਬੱਚੇ ਰੱਬ ਦਾ ਰੂਪ ਨੇ ਤੇ ਇਹਨਾਂ ਦੀ ਕੋਈ ਜਾਤ ਨਹੀਂ, ਕੋਈ ਧਰਮ ਨਹੀਂ, ਇਹ ਤਾਂ ਇੱਕ ਉਸ ਅਕਾਲ ਪੁਰਖ ਵੱਲੋਂ ਭੇਜੀ ਹੋਈ ਇੱਕ ਰੂਹ ਨੇ। ਤੇ ਇਹ ਜਿਹੜੀ ਸੰਸਥਾ ਸੀ SGV ਇੰਟਰਨੈਸ਼ਨਲ ਫਾਊਂਡੇਸ਼ਨ, ਇਹ 2003 ਦੇ ਵਿੱਚ ਹੋਂਦ ਵਿੱਚ ਆਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਇਹਨਾਂ ਬੱਚਿਆਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ। ਸਾਨੂੰ ਇਹ ਹੁੰਦਾ ਵੀ ਇੱਕ ਬੱਚੇ ਨੂੰ ਬਚਾ ਲਿਆ ਤਾਂ ਬਹੁਤ ਵੱਡਾ ਪੁੰਨ ਹੈ। ਜਿਹੜੇ ਹਾਲਾਤ ਸਾਨੂੰ ਮਿਲਦੇ ਨੇ ਜਦੋਂ ਅਸੀਂ ਉਹਨਾਂ ਦੇ ਵੱਲ ਝਾਤੀ ਮਾਰਦੇ ਹਾਂ ਤਾਂ ਬੜੇ ਮਾੜੇ ਹਾਲਾਤ ਹੁੰਦੇ ਨੇ ਉਹ, ਪਰ ਇੱਥੇ ਆ ਕੇ ਸਾਨੂੰ ਇੱਕ ਸਕੂਨ ਮਿਲਦਾ ਵੀ ਜਿਹੜੀ ਇਹ ਸਾਰੀ ਟੀਮ ਹੈ SGV ਇੰਟਰਨੈਸ਼ਨਲ ਫਾਊਂਡੇਸ਼ਨ ਦੀ ਸਾਰੀ ਟੀਮ ਹੈ, ਇਹ ਬਸ ਬਚਾ ਕੇ ਇੱਕ ਸਕੂਨ ਮਿਲਦਾ ਆਪਣੇ ਆਪ ਨੂੰ ਸਾਨੂੰ। ਸਰ ਬੱਚੇ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਕਿਸ ਤਰ੍ਹਾਂ ਪਹੁੰਚਦੇ ਨੇ? ਮਾਂ-ਬਾਪ ਛੱਡ ਜਾਂਦੇ ਨੇ ਜਾਂ ਅਣਪਛਾਤੇ ਤੌਰ ਤੇ ਉਹਨਾਂ ਨੂੰ ਇੱਥੇ ਭੇਜਿਆ ਜਾਂਦਾ? ਕਿਸ ਤਰ੍ਹਾਂ ਤੁਹਾਨੂੰ ਮਿਲਦੇ ਨੇ ਔਰ ਕਿਸ ਤਰ੍ਹਾਂ ਤੁਸੀਂ ਉਹਨਾਂ ਦੀ ਸੇਵਾ ਕਰਦੇ ਹੋ? ਜੀ ਅਸਲ 'ਚ ਮੋਸਟਲੀ ਬੱਚੇ ਸਾਡੇ ਕੋਲ ਅਨਾਥ ਬੱਚੇ ਜਿਹੜੇ ਛੱਡੇ ਹੋਏ ਹੁੰਦੇ ਨੇ ਉਹ ਆਉਂਦੇ ਨੇ, ਜਿਨ੍ਹਾਂ ਨੂੰ ਲੋਕ ਸੁੱਟ ਦਿੰਦੇ ਨੇ ਅਣਚਾਹੀ ਔਲਾਦ ਸਮਝ ਕੇ ਜਾਂ ਕਿਸੇ ਵੀ ਕਾਰਨ ਕਰਕੇ, ਖਾਸ ਕਰਕੇ ਬੇਟੀਆਂ ਕਰਕੇ ਵੀ ਕਈ ਵਾਰ ਅਸੀਂ ਸੋਚਦੇ ਹਾਂ ਸਾਡੇ ਕੋਲ ਬਹੁਤ ਬੇਟੀਆਂ ਆ ਜਾਂਦੀਆਂ ਨੇ ਤੇ ਉਹ ਬੱਚੇ ਸਾਡੇ ਕੋਲ ਆਉਂਦੇ ਨੇ ਜਿਹੜੇ ਔਰਫਨ ਅਨਾਥ ਹੋ ਜਾਂਦੇ ਨੇ। ਉਹਨਾਂ ਨੂੰ ਲੋਕ ਨਹਿਰਾਂ ਦੇ ਕੰਢਿਆਂ ਤੇ, ਰੂੜੀਆਂ ਤੇ, ਕਈ ਵਾਰ ਅਸੀਂ ਦੇਖਿਆ ਸ਼ਹਿਰਾਂ ਦੇ ਵਿੱਚੋਂ ਜਦੋਂ ਕੂੜਾ ਪਾਉਣ ਜਾਂਦੇ ਨਾ, ਉੱਥੇ ਜਦੋਂ ਕੋਈ ਕੂੜਾ ਪਾਉਣ ਗਿਆ ਜਾਂ ਉਹ ਡਰਮ ਦੇ ਵਿੱਚ ਜਾਂ ਉਹ ਜਿਹੜੇ ਟੈਂਕ ਜੇ ਬਣੇ ਪਿਆ ਉਹਨਾਂ ਦੇ ਵਿੱਚੋਂ ਸਾਨੂੰ ਬੱਚੇ ਮਿਲਦੇ ਨੇ। ਉੱਥੇ ਕਿਸੇ ਵੀ ਨਾ ਕਿਸੇ ਜਰੀਏ ਪ੍ਰਸ਼ਾਸਨ ਨੂੰ ਪਤਾ ਲੱਗ ਜਾਂਦਾ, ਪੁਲਿਸ ਨੂੰ ਪਤਾ ਲੱਗਦਾ ਜਾਂ ਸੰਬੰਧਿਤ ਪ੍ਰਸ਼ਾਸਨ ਨੂੰ ਪਤਾ ਲੱਗਦਾ, ਫਿਰ ਸਾਡੇ ਕੋਲ ਜਿਹੜੀਆਂ ਚਾਈਲਡ ਵੈਲਫੇਅਰ ਕਮੇਟੀਆਂ ਬਣੀਆਂ ਹੋਈਆਂ ਹੁੰਦੀਆਂ ਨੇ, ਸਟੇਟ ਗਵਰਨਮੈਂਟ ਵੱਲੋਂ ਨੋਟੀਫਾਈਡ ਕਮੇਟੀਆਂ ਨੇ ਹਰੇਕ ਡਿਸਟ੍ਰਿਕਟ ਦੇ ਵਿੱਚ, ਜਿਹਦੇ ਕੋਲ ਸੈਸ਼ਨ ਕੋਰਟ ਦੀਆਂ ਪਾਵਰਾਂ ਹੁੰਦੀਆਂ ਨੇ, ਉਹ ਫਿਰ ਇਹ ਬੱਚਿਆਂ ਨੂੰ ਸਾਡੇ ਕੋਲ ਭੇਜਦੇ। ਸਰ ਕਿੱਦਾਂ ਮੈਨੇਜ ਕਰਦੇ ਹੋ ਸਟਾਫ ਜਿਹੜਾ ਉਹਨਾਂ ਬੱਚਿਆਂ ਨੂੰ, ਜਿੱਥੇ ਇਹਨਾਂ ਨੂੰ ਦੇਖਿਆ ਜਾ ਰਿਹਾ ਕਿ ਫੀਡਿੰਗ ਹੁੰਦੀ ਹੈ, ਇਹਨਾਂ ਬੱਚਿਆਂ ਨੂੰ ਖਿਲਾਇਆ ਵੀ ਜਾਂਦਾ, ਪੂਰੇ ਤਰੀਕੇ ਦੇ ਨਾਲ ਇਹਨਾਂ ਦੀ ਦੇਖ ਰੇਖ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਪੜ੍ਹਾਈ ਵੀ ਇਹਨਾਂ ਨੂੰ ਇੱਥੇ ਹੀ ਕਰਾਈ ਜਾਂਦੀ ਹੈ ਸਕੂਲ ਕਾਲਜ ਤੱਕ, ਉਸ ਬਾਰੇ ਵੀ ਥੋੜ੍ਹੀ ਦਰਸ਼ਕਾਂ ਨੂੰ ਜਾਣਕਾਰੀ ਦਿਓ। ਥੋੜ੍ਹਾ ਜਿਹਾ ਮੈਂ ਪਹਿਲਾਂ ਦੱਸਦਾ, ਜਿਹੜੀ ਇਹ ਸਵਾਮੀ ਗੰਗਾਨੰਦ ਪੁਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਹੈ, ਜਿਹਨੂੰ ਅਸੀਂ SGV ਇੰਟਰਨੈਸ਼ਨਲ ਫਾਊਂਡੇਸ਼ਨ ਕਹਿੰਦੇ ਹਾਂ, ਉਹਦਾ ਅਦਾਰਾ SGV ਬਾਲਕਰ। ਸਾਡੀ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਨੇ ਭੈਣ ਜੀ ਜਸਵੀਰ ਕੌਰ ਤੇ ਮੈਂ ਉਹਦਾ ਸੈਕਟਰੀ ਹਾਂ। ਇਹ ਇੱਕ ਅਹੁਦੇ ਲਾਉਣੇ ਪੈਂਦੇ ਨੇ, ਸਿਸਟਮ ਨੂੰ ਚਲਾਉਣ ਵਾਸਤੇ ਕਰਨਾ ਪੈਂਦਾ, ਪਰ ਅਸੀਂ ਸਾਰੇ ਸੇਵਾਦਾਰ ਹਾਂ ਇੱਥੇ। ਮੇਰਾ ਕੰਮ ਹੁੰਦਾ ਜਿਹੜਾ ਬਾਹਰੀ ਕੰਮ ਹੈ ਗਵਰਨਮੈਂਟ ਨਾਲ, ਅਸਲ 'ਚ ਐਂ ਲੱਗਦਾ ਵੀ ਇੱਕ ਬਾਲਕਰ ਆ ਛੋਟਾ ਜਿਹਾ, ਪਰ ਇਹਦਾ ਜਦੋਂ ਅਸੀਂ ਪ੍ਰਸ਼ਾਸਨਿਕ ਕੰਮ ਦੇਖਦੇ ਹਾਂ ਤਾਂ ਗਵਰਨਮੈਂਟ ਨਾਲ ਹੁੰਦਾ ਬਹੁਤ ਜ਼ਿਆਦਾ, ਇੱਕ ਚੀਜ਼ ਦੀ ਰਿਪੋਰਟ ਹੁੰਦੀ ਹੈ ਤੇ ਅੰਦਰਲਾ ਕੰਮ ਸਾਰਾ ਭੈਣ ਜੀ ਦੇਖਦੇ ਨੇ ਇੱਥੇ, ਬੱਚਿਆਂ ਨੂੰ ਸਾਂਭਣ ਦਾ, ਸਿਸਟਮ ਦਾ, ਜਿਹੜਾ ਅੰਦਰਲੇ ਪ੍ਰਬੰਧ ਨੇ ਕਿਵੇਂ ਕਰਨੇ ਨੇ, ਕਿਵੇਂ ਉਹ ਕਰਨੇ ਆ, ਉਹ ਸਾਰਾ ਫਿਰ ਇੱਕ ਟਰਸਟ ਸਹੀ ਤਰੀਕੇ ਨਾਲ ਕਰਦਾ ਇਹਨਾਂ ਨੂੰ। ਤੇ ਜਦੋਂ ਸਾਡੇ ਕੋਲ ਇਹ ਬੱਚੇ ਆ ਜਾਂਦੇ ਆ ਤਾਂ ਸਾਨੂੰ ਉਹ ਜਿਹਾ, ਜਿਵੇਂ ਹੁਣ ਇਹਨਾਂ ਦਿਨਾਂ ਦੇ ਵਿੱਚ ਠੰਡ ਬਹੁਤ ਹੈ, ਬਹੁਤ ਅੱਤ ਦੀ ਠੰਡ ਪੈ ਰਹੀ ਹੈ ਤੇ ਫ੍ਰੀਜ ਹੋਣੇ ਵਾਲਾ ਕੰਮ ਹੁੰਦਾ, ਤਾਂ ਅਸੀਂ ਸਾਰੇ ਹੀਟਰਾਂ ਦਾ ਪ੍ਰਬੰਧ ਕਰਨਾ, ਉਹ ਜਿਹੇ ਬੱਚੇ ਨੂੰ ਇੱਕ ਉਹ ਸਿਸਟਮ ਪੂਰਾ ਦੇਣਾ। ਤੇ ਖਾਸ ਕਰਕੇ ਜਿਹੜੇ ਇਹ ਬੱਚੇ ਸਾਡੇ ਕੋਲ, ਹੁਣ 2 ਬੱਚੇ ਕੱਲ੍ਹ ਸ਼ਾਇਦ ਆ ਜਾਣਗੇ ਇੱਥੇ, ਜਿਹੜੀ ਮੈਨੂੰ ਅੱਜ ਇਹ ਪ੍ਰਸ਼ਾਸਨਿਕ ਕੋਈ ਮੋਹਾਲੀ ਤੋਂ ਕਾਲ ਆਈ ਸੀ, ਉਹਨਾਂ ਕੋਲ 2 ਬੇਟੀਆਂ ਆਈਆਂ ਹੋਈਆਂ ਨੇ ਤੇ ਇੱਕ ਤਾਂ ICU 'ਚ ਹੈ, ਉਹ ਜੇ ਠੀਕ ਹੋ ਗਈ ਤਾਂ ਆ ਜਾਏਗੀ, ਦੂਜੀ ਨੂੰ ਡਾਕਟਰਾਂ ਨੇ ਕਹਿ ਦਿੱਤਾ ਵੀ ਸ਼ਾਇਦ ਅਸੀਂ ਕੱਲ੍ਹ ਸ਼ਿਫਟ ਕਰ ਦਾਂਗੇ। ਇੱਦਾਂ ਜਿਹੜੇ ਬਾਹਰ ਕਿਤੇ ਬੱਚੇ ਛੱਡ ਦਿੱਤੇ ਜਾਂਦੇ ਨੇ ਜਾਂ ਕਿਸੇ ਕਾਰਨ ਕਰਕੇ ਪਰਿਵਾਰਾਂ ਵੱਲੋਂ ਵੀ ਗਵਰਨਮੈਂਟ ਦਾ ਇੱਕ ਜਿਹੜਾ ਕਾਨੂੰਨ ਹੈ ਜੁਵੇਨਾਈਲ ਜਸਟਿਸ ਜਿਹੜਾ ਐਕਟ ਹੈ, ਉਹ ਕਹਿੰਦਾ ਵੀ ਜੇ ਮੈਂ ਆਪਣੇ ਬੱਚੇ ਨੂੰ ਨਹੀਂ ਰੱਖਣਾ ਚਾਹੁੰਦਾ ਤਾਂ ਮੇਰੇ ਕੋਲ ਕੋਈ ਹੱਕ ਨਹੀਂ, ਮੈਂ ਉਹਨੂੰ ਸੁੱਟਦਾ ਕਿਤੇ, ਮਾਰਦਾ, ਉਹ ਇੱਕ ਕ੍ਰਾਈਮ ਹੈ ਤੇ ਉਹ ਗਵਰਨਮੈਂਟ ਨੂੰ ਦੱਸ ਕੇ ਸਾਨੂੰ ਦੇ ਵੀ ਸਕਦੇ ਨੇ। ਗਵਰਨਮੈਂਟ ਦਾ ਇੱਦਾਂ ਉਹ ਹੈ, ਉਵੇਂ ਵੀ ਸਾਡੇ ਕੋਲ ਇਹ ਬੱਚੇ ਆ ਜਾਂਦੇ ਨੇ ਤੇ ਫਿਰ ਅਸੀਂ ਇਹਨਾਂ ਨੂੰ ਸਾਂਭ ਸੰਭਾਲ ਦਾ ਕਰਦੇ ਹਾਂ। ਤੇ ਜਿੰਨੇ ਬੱਚਿਆਂ ਦੀ ਜਿਹੜੇ ਸਾਡੇ ਕੋਲ ਬੱਚੇ ਵੱਡੇ ਹੋ ਜਾਂਦੇ ਨੇ, ਇਹ ਅਡਾਪਸ਼ਨ ਸੈਂਟਰ ਵੀ ਹੈ, ਪਰ ਇੱਥੇ ਅਸੀਂ ਫੇਰ ਦੱਸ ਦਈਏ ਅਡੋਪਸ਼ਨ ਅਸੀਂ ਨਹੀਂ ਕਰਵਾਉਂਦੇ, ਸਾਡਾ ਕੋਈ ਰੋਲ ਨਹੀਂ ਹੁੰਦਾ ਉਹਦੇ 'ਚ, ਉਹ ਭਾਰਤ ਸਰਕਾਰ ਕਰਵਾਉਂਦੀ ਆ, ਉਹਦੀ ਸਾਈਟ ਆ, ਉਹਨਾਂ ਦੇ ਕੋਲ ਵੀ ਸਿੱਧਾ ਕਿਸੇ ਨੇ ਫਿਜ਼ੀਕਲੀ ਸੰਪਰਕ ਨਹੀਂ ਕਰਨਾ, ਔਨਲਾਈਨ ਪ੍ਰੋਸੈਸ ਦਿੱਤਾ ਹੋਇਆ ਉਹਨਾਂ ਨੇ, ਗਵਰਨਮੈਂਟ ਦੇ ਕੋਲ ਅਪਲਾਈ ਕਰਨਾ, ਉਹਨਾਂ ਦੀ ਸਾਈਟ ਆ kara.nic.in 'ਤੇ ਜਾ ਕੇ ਅਪਲਾਈ ਕਰਨਾ ਤੇ ਅਸੀਂ ਬੱਚਾ ਲੈ ਸਕਦੇ ਹਾਂ, ਅਸੀਂ ਇਹਨਾਂ ਨੂੰ ਆਪਣਾ ਵਾਰਸ ਵੀ ਬਣਾ ਸਕਦੇ ਹਾਂ। ਉਸ ਤੋਂ ਬਾਅਦ ਜਦੋਂ ਜਿਹੜੇ ਕੁਝ ਬੱਚੇ ਸਾਡੇ ਕੋਲ ਵੱਡੇ ਆ ਜਾਂਦੇ ਨੇ, ਜਿਹੜੇ ਅਡੋਪਸ਼ਨ 'ਚ ਨਹੀਂ ਜਾਂਦੇ, ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਪਬਲਿਕ ਸਕੂਲ ਦੇ ਵਿੱਚ ਪੜ੍ਹਾਉਣ ਦੀ, ਕਿਉਂ ਪਹਿਲਾਂ ਆਰਗੇਨਾਈਜੇਸ਼ਨ ਦਾ ਆਪਣਾ ਸਕੂਲ ਸੀ, ਉਹਦੇ ਵਿੱਚ ਪੜ੍ਹਦੇ ਸੀ ਬੱਚੇ, ਹੁਣ ਵੀ ਇਹ ਕਨਵੈਂਟ ਸਕੂਲ 'ਚ ਪੜ੍ਹਦੇ ਨੇ। ਸਾਨੂੰ ਇਹ ਲੱਗਦਾ ਹੁੰਦਾ, ਸਾਡਾ ਟਰਸਟ ਇਹ ਸੋਚਦਾ ਹੈ ਵੀ ਇਹਨਾਂ ਬੱਚਿਆਂ ਨੂੰ ਅਸੀਂ ਹੋਰ ਨਹੀਂ ਕੁਝ ਦੇ ਸਕਦੇ, ਅਸੀਂ ਛੱਤ ਨਹੀਂ ਦੇ ਸਕਦੇ, ਇੱਕ ਸਮੇਂ ਤੋਂ ਬਾਅਦ ਅਸੀਂ ਪ੍ਰੋਪਰਟੀ ਨਹੀਂ ਦੇ ਸਕਦੇ, ਕਿਉਂ ਸਾਡੇ ਕੋਲ ਇਹ ਚੀਜ਼ਾਂ ਨਹੀਂ, ਪਰ ਇੱਕ ਤਾਂ ਅਸੀਂ ਦੇ ਸਕਦੇ ਹਾਂ ਇਹਨਾਂ ਨੂੰ, ਜਿਹੜੀ ਮੇਨ ਪ੍ਰੋਪਰਟੀ ਹੈ ਨਾ, ਸਟੱਡੀ ਤਾਂ ਦੇ ਸਕਦੇ ਹਾਂ ਨਾ ਅਸੀਂ, ਉਹ ਅਸੀਂ ਚਾਹੁੰਦੇ ਹਾਂ ਵੀ ਉਹ ਵਧੀਆ ਕਿਸਮ ਦੀ ਇੱਕ ਉੱਚ ਪਾਈ ਦੇ ਲੋਕ ਜਿਵੇਂ ਲੈਂਦੇ ਨੇ, ਉਹਨਾਂ ਦੇ ਹਾਣ ਦੇ ਬਣਾ ਕੇ ਇਹਨਾਂ ਨੂੰ ਸਮਾਜ ਦੇ ਵਿੱਚ ਭੇਜ ਦਈਏ। ਸਰ ਜਿਵੇਂ ਤੁਸੀਂ ਗੱਲ ਕੀਤੀ ਕਿ ਤੁਹਾਡੇ ਨਾਲ ਸਹਿਯੋਗ ਸਰਕਾਰਾਂ ਵੀ ਕਰਦੀਆਂ ਨੇ, ਸੋ ਹੋਰ ਕਿੱਦਾਂ ਦਾ ਸਹਿਯੋਗ ਸਰਕਾਰਾਂ ਦਿੰਦੀਆਂ ਨੇ? ਜਿਵੇਂ ਅਡੋਪਸ਼ਨ ਦੇ ਵਿੱਚ ਜੇਕਰ ਕੋਈ ਫੈਮਿਲੀ ਇਹਨਾਂ ਨੂੰ ਅਡੋਪਟ ਕਰਨਾ ਚਾਹੁੰਦੀ ਹੈ ਤਾਂ ਸਰਕਾਰਾਂ ਦੀ ਦੇਖ ਰੇਖ ਦੇ ਵਿੱਚ ਹੁੰਦਾ, ਸੋ ਕਦੇ ਇੱਦਾਂ ਵੀ ਹੋਇਆ ਕਿ ਇੱਕ ਬੱਚਾ ਤੁਹਾਡੇ ਕੋਲ ਆਇਆ, ਤੁਸੀਂ ਉਹਨੂੰ ਪਾਲ ਪੋਸ ਕੇ ਵੱਡਾ ਕੀਤਾ ਔਰ ਉਹਨਾਂ ਦਾ ਹੀ ਪਰਿਵਾਰ ਤੁਹਾਡੇ ਕੋਲ ਵਾਪਸ ਆਵੇ ਤੇ ਅਡੋਪਟ ਕਰਨ ਦੇ ਲਈ, ਕਦੇ ਇੱਦਾਂ ਦਾ ਕੋਈ ਵਾਕਿਆ ਹੋਇਆ ਸਰ?
ਇੱਦਾਂ ਦਾ ਹਲੇ ਬੱਚੇ ਇੰਨੇ ਵੱਡੇ ਨਹੀਂ ਹੋਏ, ਕਿਉਂ ਇਹ 2003 ਦੇ ਵਿੱਚ ਆਰਗੇਨਾਈਜੇਸ਼ਨ ਬਣੀ ਸੀ, ਮੈਂ ਦੱਸ ਕੇ ਹਟਿਆ ਪਹਿਲਾਂ, ਜਿਹੜੀ ਸਥਾਪਿਤ ਹੋਈ ਸੀ। ਅਤੇ ਉਸ ਤੋਂ ਬਾਅਦ 2005 ਤੋਂ ਬਾਅਦ ਅਸੀਂ ਅਡੋਪਸ਼ਨ ਸ਼ੁਰੂ ਕੀਤੀ ਸੀ। ਈਵਨ ਕਿ ਸਾਨੂੰ ਇਹ ਵੀ ਮਾਣ ਆ ਵੀ ਉਸ ਟਾਈਮ ਦੇ ਜਿਹੜੇ ਸੈਕਟਰੀ ਸੀ ਸੋਸ਼ਲ ਸਿਕਿਉਰਿਟੀ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ ਗਵਰਨਮੈਂਟ ਆਫ ਪੰਜਾਬ ਦੇ, ਉਹ ਖੁਦੇ ਸਾਨੂੰ ਦੇ ਗਏ ਸੀ ਇੱਥੇ। ਉਹ ਕਰਕੇ ਗਏ, ਉਹਨਾਂ ਨੇ ਲਾਇਸੈਂਸ ਵੀ ਆਪ ਹੀ ਕਰ ਦਿੱਤਾ ਸਾਨੂੰ ਵੀ ਤੁਸੀਂ ਅਡੋਪਸ਼ਨ ਦਾ ਕੰਮ ਕਰਨਾ ਚਾਹੀਦਾ। ਅਤੇ ਉਸ ਤੋਂ ਬਾਅਦ ਜਿਹੜੇ ਬੱਚੇ ਗਏ ਨੇ, ਪਰ ਸਾਨੂੰ ਇੱਕ ਮਾਣ ਮਹਿਸੂਸ ਹੁੰਦਾ ਵੀ ਉਹ ਬਹੁਤ ਅੱਛੇ ਪਰਿਵਾਰਾਂ 'ਚ, ਖਾਸ ਕਰਕੇ ਬੇਟੀਆਂ ਦੀ ਅਡੋਪਸ਼ਨ ਹੁੰਦੀ ਹੈ, ਬਹੁਤ ਅੱਛੇ ਪਰਿਵਾਰਾਂ 'ਚ ਹੁੰਦੀ ਹੈ। ਜਿਵੇਂ ਮੈਨੂੰ ਇਹ ਵੀ ਦੱਸਦੇ ਹੋਏ ਇੱਕ ਖੁਸ਼ੀ ਮਹਿਸੂਸ ਹੁੰਦੀ ਆ ਵੀ ਜਿਹੜਾ ਸਾਡੇ ਸਿਸਟਮ ਨੂੰ ਚਲਾਉਂਦੇ ਨੇ, ਖਾਸ ਕਰਕੇ ਜੁਡੀਸ਼ਲਰੀ, ਜਿੱਤੇ ਅਸੀਂ ਹਰੇਕ ਚੀਜ਼ ਦਾ ਨਿਆਂ ਮੰਗਦੇ ਹਾਂ, ਹੇਠਲੇ ਅਹੁਦਿਆਂ 'ਤੇ ਤਾਂ ਗਏ ਨੇ, ਜਸਟਿਸ ਤੱਕ ਵੀ ਬੱਚੇ ਗਏ ਹੋਏ ਨੇ, ਜਸਟਿਸ ਹਾਈ ਕੋਰਟ ਤੱਕ ਵੀ, IAS IPS PCS PPS, ਇਹ ਜਿਹੇ ਜਦੋਂ ਬੱਚੇ ਜਾਂਦੇ ਆ ਤਾਂ ਸਾਨੂੰ ਇੱਕ ਹੁੰਦਾ ਵੀ ਸਭ ਤੋਂ ਵੱਡੀ ਚੀਜ਼ ਆ, ਇਹਨਾਂ ਨੂੰ ਘਰ-ਬਾਰ ਤਾਂ ਮਿਲਿਆ ਹੀ, ਰਿਸ਼ਤੇਦਾਰ ਇਹਨੇ ਮਿਲੇ ਹੀ, ਇਹਨਾਂ ਨੂੰ ਇੱਕ ਪਰਿਵਾਰ ਵੀ ਮਿਲਿਆ, ਇਹਨਾਂ ਨੂੰ ਇੱਕ ਚੰਗੀ ਐਜੂਕੇਸ਼ਨ ਮਿਲੇਗੀ ਇਹ ਸਮਾਜ ਦੇ ਵਿੱਚ ਜਾ ਕੇ। ਜਿਹੜੇ ਇਹਨਾਂ ਦਾ ਬਰਥ ਇੱਦਾਂ ਦੀ ਜਗ੍ਹਾ 'ਤੇ ਹੋਇਆ ਜਾਂ ਐਵੇਂ ਦੇ ਹਾਲਾਤਾਂ ਦੇ ਵਿੱਚੋਂ ਜੰਮਣ ਤੋਂ ਬਾਅਦ ਇਹ ਨਿਕਲੇ ਨੇ, ਜਿਹੜੇ ਕਿ ਬੱਚੇ ਨੂੰ ਆਪਣੀ ਮਦਰ ਤੋਂ ਵੱਖ ਨਹੀਂ ਹੋਣਾ ਚਾਹੀਦਾ। ਅਸੀਂ ਇਹ ਸੋਚਦੇ ਹਾਂ ਵੀ ਜੇ ਕੋਈ ਰੋੜੀ ਕੁੱਟਣ ਵਾਲੀ ਵੀ ਹੈ, ਜਿਹੜਾ ਉਹਦੀ ਕੁੱਖ ਦੇ ਵਿੱਚ ਅੱਗੇ ਲਾ ਕੇ ਜਾਂ ਢੂਹੀ 'ਤੇ ਲਾ ਕੇ ਬੱਚਾ ਖੁਸ਼ ਆ, ਉਹ ਅਸੀਂ ਖੁਸ਼ੀ ਨਹੀਂ ਦੇ ਸਕਦੇ। ਪਰ ਇਹ ਇੱਕ ਕੋਸ਼ਿਸ਼ ਕਰਦੇ ਹਾਂ ਅਸੀਂ ਮਾਂ ਦਾ ਪਿਆਰ ਦੇਣ ਦਾ ਜਾਂ ਵੱਧ ਸਹੂਲਤਾਂ ਦੇ ਕੇ ਹਰੇਕ ਤਰ੍ਹਾਂ ਦਾ ਉਹ ਕਰਨ ਦਾ, ਪਰ ਉਹ ਸਕੂਨ ਸ਼ਾਇਦ ਅਸੀਂ ਨਾ ਦੇ ਪਾਉਂਦੇ ਹੋਈਏ। ਜਦੋਂ ਇਹ ਬੱਚੇ ਜਾ ਕੇ ਕਿਸੇ ਇੱਦਾਂ ਦੇ ਅਹੁਦਿਆਂ 'ਤੇ, ਕਿਉਂ ਉਹਨਾਂ ਦੇ ਅੱਗੇ ਵੀ ਜਦੋਂ ਚੰਗੀ ਪੜ੍ਹਾਈ ਕਰਕੇ ਇਹ ਵੀ ਅਹੁਦਿਆਂ 'ਤੇ ਜਾਣਗੇ ਕਿਸੇ 'ਤੇ, ਤਾਂ ਇਹ ਇੱਕ ਨਿਆਜ਼ ਜ਼ਰੂਰ ਦੇਣਗੇ ਸਮਾਜ ਨੂੰ, ਇੱਕ ਚੰਗੀ ਸਿਹਤ ਜ਼ਰੂਰ ਦੇਣਗੇ ਬੱਚੇ। ਸਰ, ਜਿਵੇਂ ਸਰਕਾਰਾਂ ਵੀ ਸਮੇਂ-ਸਮੇਂ 'ਤੇ ਬੇਟੀਆਂ ਦੇ ਲਈ ਖਾਸ ਕਰਕੇ ਉਪਰਾਲੇ ਕਰਦੀਆਂ ਨੇ, ਬੇਟੀ ਬਚਾਓ ਬੇਟੀ ਪੜ੍ਹਾਓ, ਤੁਸੀਂ ਦੱਸਿਆ ਕਿ ਸਰਕਾਰਾਂ ਤੁਹਾਨੂੰ ਪੂਰਨ ਸਹਿਯੋਗ ਦਿੰਦੀਆਂ ਨੇ। ਆਮ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਕੀ ਮੈਸੇਜ ਦੇਣਾ ਚਾਹੋਗੇ, ਤਾਂ ਜੋ ਵੈਸੇ ਦੇਖਿਆ ਜਾਵੇ ਹੁੰਦੀ ਤਾਂ ਇਹ ਗਲਤੀ ਹੈ ਜੇਕਰ ਕਿਸੇ ਬੱਚੇ ਨੂੰ ਇੱਦਾਂ ਕੂੜੇ ਦੇ ਵਿੱਚ ਸਿੱਟ ਦੇਣਾ ਜਾਂ ਕਿਤੇ ਛੱਡ ਦੇਣਾ, ਸੋ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਇੱਦਾਂ ਦੇ ਕੰਮਾਂ ਤੋਂ ਕਿਵੇਂ ਉਹ ਰੁਕ ਸਕਣ? ਅਸਲ 'ਚ ਜਨਨੀ ਹੈ ਇਹ, ਇੱਕ ਜਨਮਦਾਤੀ ਹੈ, ਜਿਹੜਾ ਸਾਡਾ ਵੀ ਬਰਥ ਹੋਇਆ, ਆਪਣੇ ਸਾਰਿਆਂ ਦਾ ਹੋਇਆ ਤਾਂ ਇੱਕ ਉਹ ਕਿਸੇ ਸਮੇਂ ਬੇਟੀ ਸੀ, ਫਿਰ ਉਹ ਭੈਣ ਬਣੀ ਕਿਸੇ ਦੀ, ਫਿਰ ਉਹ ਇੱਕ ਵਾਈਫ ਬਣੀ, ਇੱਕ ਮਾਂ ਬਣੀ। ਉਹ ਪਰ ਸਾਨੂੰ ਇਹ ਲੱਗਦਾ ਹੁੰਦਾ ਵੀ ਕਿਸੇ ਨਾ ਕਿਤੇ ਉਹਦੀ ਹੋਈ ਗਲਤੀ ਹੁੰਦੀ ਹੈ, ਜਾਂ ਉਹਦਾ ਕਿਤੇ ਨਾ ਕਿਤੇ ਬੱਚੇ ਨੂੰ ਛੱਡਣ ਦੇ ਵਿੱਚ ਰੋਲ ਜ਼ਰੂਰ ਹੁੰਦਾ। ਜੇ ਬੇਟੀਆਂ ਨੂੰ ਇੰਨੀ ਅਵੇਅਰਨੈਸ ਆ ਜਾਵੇ ਵੀ ਅਸੀਂ ਬੇਟੀ ਹੈ ਭਾਵੇਂ ਬੇਟਾ, ਅਸੀਂ ਨਹੀਂ ਛੱਡਣਾ, ਅਸੀਂ ਅਬੋਰਸ਼ਨ ਨਹੀਂ ਕਰਾਉਣਾ, ਜਾਂ ਅਸੀਂ ਬੱਚੇ ਨੂੰ ਕਿਸੇ ਵੀ ਕਾਰਨ ਕਰਕੇ ਅਸੀਂ ਨਹੀਂ ਸਮਾਜ ਦੇ ਵਿੱਚ ਇੱਦਾਂ ਦੀ ਜਗ੍ਹਾ 'ਤੇ ਸੁੱਟਣਾ, ਤਾਂ ਇਹ ਕੁਰੀਤੀ ਰੁਕ ਸਕਦੀ ਹੈ। ਮੈਂ ਤਾਂ ਮੇਨ ਇਹੀ ਚਾਹੂੰਗਾ ਵੀ ਇੱਦਾਂ ਦੇ ਜਿਹੜੇ ਬੱਚੇ ਛੱਡਣੇ ਆ ਇਹ ਨਹੀਂ ਹੋਣੇ ਚਾਹੀਦੇ। ਗੌਰਮੈਂਟਾਂ ਕਰਦੀਆਂ ਨੇ, ਜਿਵੇਂ ਅਡੋਪਸ਼ਨ ਦੇ ਵਿੱਚ ਸੈਂਟਰ ਗੌਰਮੈਂਟ ਨੇ ਇਹਦਾ ਮਾਰਕੇ ਦਾ ਕੰਮ ਕੀਤਾ, ਬਹੁਤ ਅੱਛਾ ਸਿਸਟਮ ਹੈ, ਕੋਈ ਉਹਦੇ 'ਚ ਸਿਫਾਰਿਸ਼ ਨਹੀਂ ਹੈਗੀ। ਜੇ ਮੈਂ ਬੱਚਾ ਲੈਣਾ ਖੁਦ, ਸਾਡੇ ਕੋਲ ਕਿੰਨੇ ਬੱਚੇ ਨੇ, ਮੈਂ ਵੀ ਇਹ ਨਹੀਂ ਹੈਗਾ ਵੀ ਮੈਂ ਇੱਥੋਂ ਲੈ ਸਕਦਾ, ਮੈਨੂੰ ਇੱਕ ਸਿਸਟਮ 'ਚ ਜਾਣਾ ਪਏਗਾ। ਇੱਕ ਸਿਸਟਮ ਜਦੋਂ ਮੇਰੀ ਟਰਨ ਆਏਗੀ, ਜਦੋਂ ਮੇਰੀ ਵਾਰੀ ਆਏਗੀ, ਜਿੱਥੇ ਮੈਨੂੰ ਸਿਸਟਮ ਸ਼ੋ ਕਰੇਗਾ, ਕਿਉਂ ਉਹ ਵੀ ਅਡੋਪਸ਼ਨ ਵੀ ਮੈਨੂੰ ਇੱਦਾਂ ਲੱਗਦਾ ਇਹ ਇੱਕ ਇੱਦਾਂ ਦਾ ਪ੍ਰੋਸੈਸ ਹੈ, ਇਹਦੇ 'ਚ ਪਰਮਾਤਮਾ ਵੱਲੋਂ ਹੀ ਦਿੱਤੀ ਹੋਈ ਦਾਤ ਹੈ। ਕਿਉਂ ਸੌਫਟਵੇਅਰ ਇਹ ਵੀ ਨਹੀਂ ਦੱਸਦਾ, ਉਹਨੇ ਤਾਂ ਜਿੱਥੇ ਬੱਚਾ ਖਾਲੀ ਦੇਖੇ, ਜੇ ਸੰਸਥਾ ਕੋਲ ਬੱਚਾ ਦੇਖਿਆ ਅਤੇ ਮੇਰਾ ਨੰਬਰ ਆ ਗਿਆ, ਉਹਨੇ ਉਹੀ ਸੰਸਥਾ ਨੂੰ ਮੈਨੂੰ ਬੱਚਾ ਸ਼ੋਅ ਕਰ ਦੇਣਾ, ਉਹ ਭਾਵੇਂ ਕਿਸੇ ਹੋਰ ਪੰਜਾਬ ਦਾ ਜਾਂ ਜਿਹੜੀ ਮੈਂ ਹੋਰ ਸਟੇਟ ਲਈ ਵੀ ਆ ਉਹਦੇ ਵਿੱਚੋਂ ਹੈ। ਜੇ ਮੇਰੇ ਕੋਲ ਹੈ ਮੈਂ ਖੁਦ ਨਹੀਂ ਲੈ ਸਕਦਾ। ਅਤੇ ਅਡੋਪਸ਼ਨ ਦਾ ਇੱਕ ਬਹੁਤ ਅੱਛਾ ਪ੍ਰੋਸੈਸ ਹੈ। ਪਹਿਲਾਂ ਤਾਂ ਇਹ ਆ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ। ਜੇ ਅਸੀਂ ਸਾਡੇ 'ਚ ਅਵੇਅਰਨੈਸ ਆ ਜਾਵੇ, ਖਾਸ ਕਰਕੇ ਜਿਹੜੀ ਯੰਗ ਜਨਰੇਸ਼ਨ ਹੈ, ਇਸ ਚੀਜ਼ ਲਈ ਅਵੇਅਰ ਹੋ ਜਾਵੇ ਵੀ ਅਸੀਂ ਇੱਦਾਂ ਬੱਚੇ ਨਹੀਂ ਸੁੱਟਣੇ ਅਤੇ ਨਹੀਂ ਛੱਡਣੇ, ਨਹੀਂ ਛੱਡਣ ਦੇਣੇ, ਭਾਵੇਂ ਉਹਦੀ ਸੱਸ ਕਹਿ ਰਹੀ ਹੈ, ਸਹੁਰਾ ਕਹਿ ਰਿਹਾ ਜਾਂ ਪਤੀ ਦੇਵ ਕਹਿ ਰਿਹਾ ਅਸੀਂ ਨਹੀਂ ਛੱਡਣੇ, ਤਾਂ ਇਹ ਛੱਡੇ ਨਹੀਂ ਜਾ ਸਕਦੇ। ਇਹਨਾਂ ਨੂੰ ਹੀ ਹੁਣ ਦੇਖ ਕੇ ਸੰਸਥਾ ਇੱਕ ਹੋਰ ਕੰਮ ਕਰਨ ਜਾ ਰਹੀ ਹੈ, ਜਿਹੜਾ ਕਿ ਸਾਨੂੰ ਕਾਫੀ ਟਾਈਮ ਤੋਂ ਬੜੀ ਵੱਡੀ ਲੋੜ ਸੀਗੀ। 15 ਜਨਵਰੀ ਨੂੰ ਅਸੀਂ ਹੁਣ ਬੱਚੇ 18 ਸਾਲ ਤੱਕ ਦੇ ਰੱਖਦੇ ਹਾਂ, ਪਰ ਕੁਛ ਬੱਚੇ ਮੈਂਟਲੀ ਡਿਸਟਰਬ ਆ ਜਾਂਦੇ ਨੇ, ਜਾਂ ਕਿਸੇ ਕਾਰਨ ਕਰਕੇ ਬੱਚੇ ਔਰਤਾਂ ਮੈਂਟਲੀ ਡਿਸਟਰਬ ਹੋ ਜਾਂਦੀਆਂ ਨੇ, ਘਰਾਂ ਦੇ ਵਿੱਚੋਂ ਨਿਕਲ ਜਾਂਦੀਆਂ ਨੇ, ਉਹਨਾਂ ਨੂੰ ਰੱਖਣ ਵਾਸਤੇ ਇੱਕ ਸਹੀ ਜਗ੍ਹਾ ਦੀ ਲੋੜ ਸੀ। ਉਹਦੇ ਵਾਸਤੇ 15 ਤਰੀਕ ਨੂੰ ਇੱਕ ਰੱਬੀ ਰੂਹਾਂ ਦਾ ਘਰ ਅਸੀਂ ਦਿੱਤਾ। ਉਹ ਰੱਬ ਦੀਆਂ ਹੀ ਰੂਹਾਂ ਨੇ। ਆਪਣੇ ਕੋਲ 13 ਬੱਚੀਆਂ ਨੇ ਇੱਦਾਂ ਦੀਆਂ ਲੇਡੀਜ਼ ਨੇ, ਜਿਨ੍ਹਾਂ ਨੂੰ ਇਹ ਨਹੀਂ ਪਤਾ, ਜਦੋਂ ਉਹਨਾਂ ਦੇ ਨਾਲ ਗੱਲ ਕਰਦੇ ਆ ਉਹਨਾਂ ਨੇ ਆ ਕੇ ਜੱਫੀ ਪਾ ਲੈਣੀ, ਉਹਨਾਂ ਨੇ ਖੁਸ਼ ਹੋ ਜਾਣਾ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕੌਣ ਹੈ। ਉਹ ਰੱਬ ਦੀ ਉਹ ਰੂਹ ਹੈ ਇੱਕ, ਉਹਦੇ ਵਿੱਚ ਪਰਮਾਤਮਾ ਹੀ ਵਾਸ ਕਰਦਾ। ਇਹਨਾਂ ਕਰਕੇ ਹੀ ਅਸੀਂ ਇੱਕ ਉਹ ਫੈਸਿਲਿਟੀ ਸ਼ੁਰੂ ਕਰਨ ਲੱਗੇ ਹਾਂ। 15 ਤਰੀਕ ਨੂੰ ਸਹੀ 12 ਵਜੇ, ਦਿਨ ਦੇ 12 ਵਜੇ ਉਹਦੀ ਓਪਨਿੰਗ ਕੀਤੀ ਜਾਊਗੀ। ਉਹਨਾਂ ਰੱਬੀ ਰੂਹਾਂ ਨੂੰ ਉਹ ਜਿਹੜੀ ਬਿਲਡਿੰਗ ਆ ਉਹ ਸਮਰਪਿਤ ਕੀਤੀ ਜਾਊਗੀ। ਇੱਕ ਸੇਵਾ ਉਹ ਨਵੀਂ ਆਰੰਭੀ ਜਾਊਗੀ ਇਹਦੇ ਕਰਕੇ।
ਸ਼ੁਕਰੀਆ ਸਰ। ਸੋ ਇਹ ਸਨ ਸਾਡੇ ਨਾਲ ਕੁਲਦੀਪ ਸਿੰਘ ਮਾਨ ਜੋ ਕਿ ਸੰਚਾਲਕ ਨੇ ਇਸ ਸੰਸਥਾ ਦੇ। ਇਹਨਾਂ ਬੱਚਿਆਂ ਦੀ ਦੇਖ ਰੇਖ ਇਹਨਾਂ ਦੀ ਅਗਵਾਈ ਦੇ ਹੇਠ ਹੀ ਹੁੰਦੀ ਹੈ। ਸੋ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਇਹਨਾਂ ਬੱਚਿਆਂ ਦੀ ਗੱਲ ਜਿਹੜੀ ਆ ਉਹ ਦਰਸ਼ਕਾਂ ਦੇ ਰੂਬਰੂ ਕੀਤੀ। ਸੋ ਅੰਤ ਦੇ ਵਿੱਚ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਬੇਹਿੰਮਤੀ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਸੋ ਇਹਨਾਂ ਬੱਚਿਆਂ ਨੂੰ ਸਮਾਜ ਦੇ ਵਿੱਚ ਪੂਰਨ ਤੌਰ ਤੇ ਵਿਚਰਨ ਦਾ ਹੱਕ ਹੈ। ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਅਮਨ ਸਿੰਘ, ਲੁਧਿਆਣਾ ਟਾਈਮਜ਼।